ਜਦ ਮੇਰੇ ਮੁਸਤਕਬਿਲ ਦੀ ਚਿੰਤਾ ਨੇ ਮੇਰੇ ਮਾਪਿਆਂ ਨੂੰ ਆਣ ਸਤਾਇਆ ਸੀ, ਉਹਨਾਂ ਪਾਬਸਤਾ ਮੇਰੇ ਮੋਢੇ ਤੇ ਮੈਨੂੰ ਵੱਲ ਸਕੂਲ ਭਜਾਇਆ ਸੀ। ਪੜ੍ਹ ਲੈ 4 ਅੱਖਰ ਕੁਝ ਬਣ ਜੂ ਤੇਰਾ, ਇਹੀ ਵਾਰ-ਵਾਰ ਸਮਝਾਇਆ ਸੀ। ਪਰ ਇਸ ਵਕਤੀ ਇਲਮ 'ਚੋਂ ਦੱਸ ਅਮਨ, ਕਿੰਨੇ ਉਜਲ ਭਵਿੱਖ ਨੂੰ ਪਾਇਆ ਸੀ, ਕਿੰਨੇ ਸੁਥਰੇ ਭਵਿੱਖ ਨੂੰ ਪਾਇਆ ਸੀ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਔਲਾਦ ਦਾ ਮੁਸਤਕਬਿਲ। ਰਿਸ਼ਤਿਆਂ ਦੇ ਧਰੋਹਰ ਵਿੱਚ ਸਭ ਤੋਂ ਨਿੱਘਾ, ਪਿਆਰਾ ਤੇ ਮਿੱਠਾ ਰਿਸ਼ਤਾ ਹੁੰਦਾ ਹੈ ਮਾਂ-ਬਾਪ ਦਾ। ਇਹ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਸ ਦੇ ਪਿਆਰ ਵਿੱਚ, ਆਪਣੇਪਨ ਵਿੱਚ ਕੋਈ ਲਾਲਚ, ਕੋਈ ਲੈਣ ਦੀ ਭੁੱਖ ਨਹੀਂ ਹੁੰਦੀ। ਮਾਂ-ਬਾਪ ਔਲਾਦ ਰੂਪ ਫਲਵਾੜੀ ਦਾ ਉਹ ਮਾਲੀ ਹੁੰਦਾ ਹੈ ਜੋ ਦਿਨ ਰਾਤ ਇੱਕ ਕਰਕੇ ਆਪਣੀ ਫਲਵਾੜੀ ਨੂੰ ਪ੍ਰਫੁੱਲਤ ਕਰਦਾ ਹੈ, ਸੋਹਣੀ ਬਣਾਉਂਦਾ ਹੈ, ਸਜਾਉਂਦਾ ਹੈ। ਆਪਣੀ ਔਲਾਦ ਰੂਪ ਫਲਵਾੜੀ ਨੂੰ ਸਜਾਉਣ ਲਈ ਮਾਂ-ਬਾਪ ਦੀ ਜੱਦੋ-ਜਹਿਦ ਦਾ ਸਫ਼ਰ ਸ਼ੁਰੂ ਹੁੰਦਾ ਹੈ ਔਲਾਦ ਦੇ ਬਚਪਨ ਤੋਂ। ਕੋਈ 3-4 ਸਾਲ ਦੀ ਉਮਰ ਹੁੰਦੀ ਹੈ ਇੱਕ ਬੱਚੇ ਦੀ, ਜਦੋਂ ਮਾਂ-ਬਾਪ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਲਾਡ ਪਿਆਰ ਤੋਂ ਪਾਸੇ ਹੋ ਮੋਢੇ ਤੇ ਬਸਤਾ ਪਾ ਬੱਚੇ ਨੂੰ ਸਕੂਲ ਵੱਲ ਤੋਰਦੇ ਨੇ ਪੜ੍ਹਾਈ ਕਰਨ ਲਈ, ਗਿਆਨ ਲੈਣ ਲਈ, ਕਿਉਂਕਿ ਉਹਨਾਂ ਨੂੰ ਬੱਚੇ ਦੇ ਉਜਲ ਭਵਿੱਖ ਦੀ ਚਿੰਤਾ ਹੁੰਦੀ ਹੈ। ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਉੱਚੇ ਤੇ ਵੱਡੇ ਮੁਕਾਮ ਨੂੰ ਹਾਸਲ ਕਰੇ, ਜਿੱਥੇ ਉਸ ਦੀ ਸੋਭਾ ਵਡਿਆਈ ਹੋਵੇ, ਉਸ ਨੂੰ ਇੱਜ਼ਤ ਮਿਲੇ ਤੇ ਉਸ ਦਾ ਭਵਿੱਖ ਸੰਵਰ ਜਾਏ। ਬੱਚੇ ਦੇ ਆਉਣ ਵਾਲੇ ਕੱਲ੍ਹ ਦੀ ਬਿਹਤਰੀ ਲਈ ਮਾਂ-ਬਾਪ ਬਚਪਨ ਤੋਂ ਹੀ ਬੱਚੇ ਨੂੰ ਚੰਗੀ ਸਕੂਲਿੰਗ ਦਿਵਾਉਂਦੇ ਹਨ, ਬੱਚੇ ਨੂੰ ਪੜ੍ਹਾਈ ਕਰਨ ਲਈ ਮੋਟੀਵੇਟ ਕਰਦੇ ਹਨ, ਇੱਥੋਂ ਤੱਕ ਕਿ ਮਜਬੂਰ ਵੀ ਕਰਦੇ ਨੇ ਕਿ ਬੱਚਾ ਪੜ੍ਹ ਲਿਖ ਕੇ ਕੁਝ ਬਣ ਜਾਏ ਤਾਂ ਜੋ ਇਸ ਦਾ ਮੁਸਤਕਬਿਲ ਉੱਚਾ ਹੋ ਜਾਏ। ਇੱਕ ਮਾਂ-ਬਾਪ ਦੀ ਪਹਿਲੀ ਚਿੰਤਾ ਹੀ ਬੱਚੇ ਦਾ ਭਵਿੱਖ ਸੰਵਾਰਨ ਦੀ ਹੁੰਦੀ ਹੈ। ਮਾਂ-ਬਾਪ ਦਾ ਹੱਡ ਭੰਨਵੀਂ ਮਿਹਨਤ ਕਰਕੇ ਜੋੜਨਾ, ਬੱਚੇ ਦੇ ਭਵਿੱਖ ਲਈ ਧਨ ਦੌਲਤ, ਜ਼ਮੀਨ ਜਾਇਦਾਦ ਆਦਿ ਇਕੱਠੀ ਕਰਕੇ ਬੱਚੇ ਦੇ ਨਾਮ ਤੇ ਚੜ੍ਹਾਉਣੀ, ਸਭ ਬੱਚੇ ਦੇ ਚੰਗੇ ਤੇ ਸੁਰੱਖਿਅਤ ਭਵਿੱਖ ਲਈ ਚਿੰਤਤ ਰਹਿੰਦੇ ਮਾਂ-ਬਾਪ ਦਾ ਬੱਚੇ ਦੇ ਮੋਹ ਤਹਿਤ ਲਿਆ ਜਾਂਦਾ ਸੇਫਟੀ ਸਟੈਪ ਹੁੰਦਾ ਹੈ। ਬੱਚੇ ਨੂੰ ਚੰਗੀ ਸੰਗਤ ਵਿੱਚ ਬਿਠਾਉਣਾ, ਉਸ ਨੂੰ ਚੰਗੀਆਂ ਗੱਲਾਂ, ਚੰਗਾ ਵਿਵਹਾਰ ਕਰਨਾ ਸਿਖਾਉਣਾ ਆਦਿ ਵਰਗੀਆਂ ਹੋਰ ਵੀ ਕਈ ਗਤੀਵਿਧੀਆਂ ਮਾਂ-ਬਾਪ ਵੱਲੋਂ ਬੱਚੇ ਦੇ ਚੰਗੇ ਭਵਿੱਖ ਦੇ ਮੱਦੇਨਜ਼ਰ ਹੀ ਕੀਤੀਆਂ ਜਾਂਦੀਆਂ ਹਨ। ਪਰ ਫਿਰ ਵੀ ਕਈ ਵਾਰੀ ਕਈ ਹਾਲਾਤਾਂ ਵਿੱਚ ਮਾਂ-ਬਾਪ ਦਾ ਬੱਚੇ ਦੇ ਚੰਗੇ ਭਵਿੱਖ ਨੂੰ ਲੈ ਕੇ ਇੰਨਾ ਕੁਝ ਸੋਚਿਆ ਵਿਚਾਰਿਆ ਵੀ ਕੁਝ ਕਰ ਨਹੀਂ ਪਾਉਂਦਾ, ਕਿਉਂਕਿ ਵਕਤ ਦੇ ਪਹੀਏ ਤੇ ਚੱਲਦੀ ਜੀਵਨ ਦੀ ਗੱਡੀ ਦਾ ਸੰਚਾਲਕ ਅਜੀਬ ਕਈ ਵਾਰੀ ਮਾਂ-ਬਾਪ ਦਾ ਸਿਖਾਇਆ ਸਮਝਾਇਆ ਲਾਂਭੇ ਕਰ ਜੀਵਨ ਨੂੰ ਬਦਲੀ ਸੰਗਤ ਰੰਗਤ ਦੇ ਪ੍ਰਭਾਵ ਹੇਠਾਂ ਆਪਣੀ ਮਨਮਰਜ਼ੀ ਨਾਲ ਹੋਰ ਹੀ ਮੋੜ ਦੇ ਕੇ ਬੈਠ ਜਾਂਦਾ ਹੈ ਤੇ ਆਪਣੇ ਆਪ ਨੂੰ ਦੁੱਖਾਂ ਦੁਸ਼ਵਾਰੀਆਂ ਵਿੱਚ ਪਾ ਲੈਂਦਾ ਹੈ। ਜਿੱਥੇ ਮਾਂ-ਬਾਪ ਦਾ ਬੱਚੇ ਦੇ ਚੰਗੇ ਤੇ ਸੁਰੱਖਿਅਤ ਭਵਿੱਖ ਦੀ ਕਾਮਨਾ 'ਚ ਨਿਸ਼ਾਵਰ ਕੀਤਾ ਸਮਾਂ ਸਰਮਾਇਆ, ਜੀਵਨ ਦਾ ਸੁੱਖ ਚੈਨ ਘੜੀ ਵਿੱਚ ਥੇ ਹੋ ਜਾਂਦਾ ਹੈ। ਜੇ ਭਵਿੱਖ ਲਫ਼ਜ਼ ਨੂੰ ਸਰਲ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਮਤਲਬ ਆਉਣ ਵਾਲਾ ਕੱਲ੍ਹ। ਮਾਂ-ਬਾਪ ਸਾਰੀ ਉਮਰ ਬੱਚੇ ਦੇ ਉਸ ਆਉਣ ਵਾਲੇ ਕੱਲ੍ਹ ਨੂੰ ਲੈ ਕੇ ਚਿੰਤਤ ਰਹਿੰਦਾ ਹੈ ਜਿਹੜਾ ਸ਼ਾਇਦ ਕਦੀ ਆਉਂਦਾ ਹੀ ਨਹੀਂ। ਪਰ ਕਦੀ ਉਸ ਕੱਲ੍ਹ ਨੂੰ, ਉਸ ਭਵਿੱਖ ਨੂੰ ਲੈ ਕੇ ਚਿੰਤਤ ਨਹੀਂ ਹੁੰਦੇ ਜਿਸ ਦਾ ਆਉਣਾ 101% ਪੱਕਾ ਹੈ। ਤੇ ਉਹ ਕੱਲ੍ਹ, ਉਹ ਭਵਿੱਖ ਹੈ ਇਸ 5 ਤੱਤਾਂ ਵਾਲੀ ਕਾਇਆ ਰੂਪ ਘਾੜਤ ਦੇ ਢਹਿਣ ਤੋਂ ਬਾਅਦ ਦਾ, ਭਾਵ ਕਿ ਇਸ ਮਟੀਰੀਅਲ ਜੀਵਨ ਤੋਂ ਅਗਲੇ ਜੀਵਨ ਦਾ, ਜਿੱਥੇ ਅਸੀਂ ਸਭ ਨੇ ਜਾਣਾ ਹੈ ਤੇ ਜਿਸ ਨੂੰ ਅਸੀਂ ਸਭ ਨੇ ਅੱਜ ਸੰਵਾਰਨਾ ਹੈ, ਕਿਉਂਕਿ ਸਾਡਾ ਇਹ ਅੱਜ ਉਸ ਕੱਲ੍ਹ ਨੂੰ ਸੰਵਾਰਨ ਵਾਸਤੇ ਹੀ ਤਾਂ ਹੈ। ਪਰ ਬਤੌਰ ਮਾਂ-ਬਾਪ ਧੀ ਪੁੱਤ ਦਾ ਕੱਲ੍ਹ ਸੰਵਾਰਨ ਦਾ ਇਸ਼ਕ ਮਾਂ-ਬਾਪ ਇਹ ਸੋਚਦਾ ਹੀ ਨਹੀਂ। ਮਟੀਰੀਅਲ ਦੀ ਮਟੀਰੀਅਲਿਸਟਿਕ ਗ੍ਰਿਫਤ 'ਚ ਆਇਆ ਮਾਂ-ਬਾਪ ਬੱਚੇ ਦਾ ਮਟੀਰੀਅਲ ਤਲ ਦਾ ਕੱਲ੍ਹ ਸੰਵਾਰਨ ਲਈ ਦਿਨ ਰਾਤ ਇੱਕ ਕਰਕੇ ਜਿੱਥੇ ਖੁਦ ਜੱਦੋ-ਜਹਿਦ ਕਰਦਾ ਹੈ, ਉੱਥੇ ਹੀ ਬੱਚੇ ਨੂੰ ਵੀ ਝਿੜਕ ਝੰਬ ਕੇ ਆਪਣੇ ਆਉਣ ਵਾਲੇ ਕੱਲ੍ਹ ਲਈ ਚਿੰਤਤ ਹੋਣ ਦੀਆਂ ਨਸੀਹਤਾਂ ਦਿੰਦਾ ਹੈ। ਪਰ ਕਦੀ ਆਪਣੀ ਜ਼ੁਬਾਨੋਂ ਆਪਣੇ ਬੱਚੇ ਨੂੰ ਆਪਣੇ ਆਉਣ ਵਾਲੇ ਸੁਨਿਸ਼ਚਿਤ ਕੱਲ੍ਹ ਨੂੰ ਸੰਵਾਰਨ ਲਈ ਰੱਬੀ ਇਲਹਾਮ ਵੱਲ, ਰੱਬੀ ਗਿਆਨ ਧਿਆਨ ਵੱਲ, ਸਦਗੁਣਾਂ ਵੱਲ, ਨਾਮ ਸਿਮਰਨ, ਬੰਦਗੀ, ਇਬਾਦਤ ਕਰਨ ਵਾਲੇ ਪਾਸੇ ਪ੍ਰੇਰਿਤ ਨਹੀਂ ਕਰਦਾ। ਅਸੀਸ ਰੂਪ ਵਿੱਚ ਬੱਚੇ ਨੂੰ ਇਹ ਕਹਿੰਦੇ ਮਾਂ-ਬਾਪ ਤਾਂ ਅਕਸਰ ਮਿਲ ਜਾਂਦੇ ਨੇ ਕਿ ਤੂੰ ਵੱਡਾ ਹੋ ਕੇ DC ਬਣ ਜੇ, ਜੱਜ ਬਣ ਜੇ, ਟੀਚਰ ਪ੍ਰੋਫੈਸਰ ਬਣ ਜੇ, ਪੁਲਿਸ 'ਚ ਫੌਜ 'ਚ ਭਰਤੀ ਹੋਵੇਂ,
ਜਾਂ ਫਲਾਣੇ ਸਕੂਲ 'ਚ ਫਲਾਣੇ ਕਾਲਜ 'ਚ ਪੜ੍ਹਨੇ ਪੈ ਜਾਏ। ਪਰ ਭਗਤ ਫਰੀਦ ਜੀ ਦੀ ਮਾਂ ਵਾਂਗ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਮਾਪੇ ਬੜੇ ਵਿਰਲੇ ਮਿਲਦੇ ਨੇ ਕਿ ਤੂੰ ਫਕੀਰ ਬਣ ਜੇ, ਤੂੰ ਮੂਲ ਪੁਰਖ ਦਾ ਉਪਾਸ਼ਕ ਬਣ ਜੇ, ਤੂੰ ਰੂਹਾਨੀ ਗਿਆਨ ਧਿਆਨ 'ਚ ਪਰਪੱਕ ਹੋ ਰੱਬੀ ਇਲਹਾਮ ਨੂੰ ਪ੍ਰਾਪਤ ਕਰ ਲੈ। ਗੁਰੂ ਗੁਰਬਾਣੀ ਸਾਨੂੰ ਵਾਰ-ਵਾਰ ਇੱਕ ਗੱਲ ਸਮਝਾਉਂਦੀ ਹੈ ਕਿ ਸਾਨੂੰ ਇਹ ਜੀਵਨ ਕਿਸ ਵਾਸਤੇ ਮਿਲਿਆ ਹੈ। ਅਨੇਕਾਂ ਗੁਰਬਾਣੀ ਫਰਮਾਨ ਹਨ ਜੋ ਸਾਡਾ ਜੀਵਨ ਮਕਸਦ ਸਿੱਧ ਕਰਦੇ ਹਨ। ਜਿਵੇਂ ਫਰਮਾਨ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਤੇ ਬਤੌਰ ਮਾਂ-ਬਾਪ ਜੇ ਬੱਚੇ ਨੂੰ ਜੀਵਨ ਦੇ ਇਸ ਅਹਿਮ ਮਕਸਦ ਵਾਲੇ ਪਾਸੇ ਹੀ ਨਹੀਂ ਜੋੜਿਆ ਤਾਂ ਕੀ ਭਵਿੱਖ ਸਵਾਰਿਆ ਬੱਚੇ ਦਾ? ਕੀ ਚਿੰਤਾ ਕੀਤੀ ਬੱਚੇ ਦੇ ਭਵਿੱਖ ਸਵਾਰਨ ਦੀ? ਮੰਨ ਲਈਏ ਜੇ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਕੁਝ ਚੰਦ ਸਾਲਾਂ ਦਾ ਇੱਕ ਪੀਰੀਅਡ ਸਵਾਰ ਦਿੱਤਾ ਤੇ ਬੱਚਾ ਮਟੀਰੀਅਲ ਦੀ ਐਸ਼ੋ ਆਰਾਮ 'ਚ ਇੱਕ ਪੀਰੀਅਡ ਮਟੀਰੀਅਲ ਤਲ ਤੋਂ ਆਰਾਮ ਨਾਲ ਜੀ ਕੇ ਚਲਾ ਗਿਆ। ਕਿਉਂਕਿ ਮੌਤ ਇੱਕ ਅਟੱਲ ਸੱਚਾਈ ਹੈ, ਇੱਕ ਨਾ ਇੱਕ ਦਿਨ ਤਾਂ ਸਭ ਨੇ ਜਾਣਾ ਹੈ। ਤੇ ਫਿਰ ਅੱਗੇ ਮੁੜ ਇੱਕ ਨਵਾਂ ਪੀਰੀਅਡ ਹੈ, ਉਸ ਦਾ ਕੀ ਕਰਾਂਗੇ? ਗੁਰਬਾਣੀ ਫਰਮਾਨ ਹੈ, ਜੰਮ ਜੰਮ ਮਰੈ, ਮਰੈ ਫੇਰ ਜੰਮੇ। ਇਸ ਹਿਸਾਬ ਨਾਲ ਤਾਂ ਮਾਂ-ਬਾਪ ਆਪਣੇ ਬੱਚੇ ਦਾ ਭਵਿੱਖ, ਭਾਵ ਕਿ ਉਸ ਦਾ ਆਉਣ ਵਾਲਾ ਕੱਲ੍ਹ ਕਦੀ ਵੀ ਨਹੀਂ ਸਵਾਰ ਸਕਦੇ ਜੇ ਅੱਜ ਬੱਚੇ ਨੂੰ ਪਰਮਾਤਮਾ ਵਾਲੇ ਪਾਸੇ, ਰੱਬ ਵਾਲੇ ਪਾਸੇ ਨਹੀਂ ਤੋਰਦੇ। ਬਤੌਰ ਮਾਂ-ਬਾਪ ਜੇ ਇਨਸਾਨ ਜਾਣਦਾ ਹੈ ਕਿ ਪੜ੍ਹਾਈ ਬਿਨਾਂ, ਚੰਗੀ ਸੂਝ ਸਮਝ ਤੇ ਸਿੱਖਿਆ ਬਿਨਾਂ ਮੇਰੇ ਬੱਚੇ ਦਾ ਸੰਸਾਰੀ ਮੁਸਤਕਬਿਲ ਰੌਸ਼ਨ ਨਹੀਂ ਹੋ ਸਕਦਾ, ਤੇ ਫਿਰ ਗੁਰੂ ਗੁਰਬਾਣੀ ਦੀ, ਰੂਹਾਨੀ ਦਾਰਸ਼ਨਿਕਾਂ ਦੀ, ਸਾਹਿਬ ਪਿਆਰਿਆਂ ਦੀ ਬਿਆਨੀ ਸਮਝ ਨਾਲ ਇਹ ਵੀ ਜਾਣ ਲਏ ਕਿ ਸਾਹਿਬ ਸਤਿਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਲੜ ਲੱਗੇ ਬਿਨਾਂ ਬੱਚੇ ਦਾ ਆਉਣ ਵਾਲਾ ਕੱਲ੍ਹ ਕਦੀ ਵੀ ਨਹੀਂ ਸਵਾਰਿਆ ਜਾ ਸਕਦਾ। ਸੋ ਇਸ ਲਈ ਜ਼ਰੂਰੀ ਹੈ ਕਿ ਵਕਤ ਰਹਿੰਦੇ ਰਹਿੰਦੇ ਆਪਣਾ ਤੇ ਆਪਣੇ ਬੱਚੇ ਦਾ ਸਦਾ ਲਈ ਆਉਣ ਵਾਲਾ ਕੱਲ੍ਹ ਸਵਾਰਨ ਲਈ, ਭਵਜਲ ਫੇਰੀ ਤੋਂ, ਜਨਮ ਮਰਨ ਤੋਂ ਨਜਾਤ ਪਾਉਣ ਲਈ, ਦੁੱਖਾਂ ਪੀੜਾਂ ਕਲੇਸ਼ਾਂ ਤੋਂ ਆਪਣੀ ਤੇ ਆਪਣੇ ਬੱਚੇ ਦੀ ਸਦਾ ਲਈ ਜਾਨ ਛਡਾਉਣ ਲਈ ਸਾਹਿਬ ਸਤ ਸਰੂਪ ਸਤਿਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਲੜ ਲੱਗ ਜਾਏ। ਕਿਉਂਕਿ ਉਹੀ ਇੱਕ ਐਸੇ ਵਾਹਦ ਸਮਰੱਥ ਪੁਰਖ ਹਨ ਜੋ ਆਪਣੇ ਲੜ ਲੱਗਿਆਂ ਦਾ ਮੁਸਤਕਬਿਲ, ਆਪਣੇ ਲੜ ਲੱਗਿਆਂ ਦਾ ਭਵਿੱਖ, ਉਹਨਾਂ ਦਾ ਆਉਣ ਵਾਲਾ ਕੱਲ੍ਹ ਸਦਾ ਲਈ ਸਵਾਰ ਲੈਂਦੇ ਹਨ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।